ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 24 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਸਾਡੀ ਬਾਜੀ ਦਾ ਇੱਕ ਖਿਤਾਬ ਹੈ। ਖਿਤਾਬ ਵੀ ਬਾਜੀ ਨੇ ਚੰਗਾ ਤਗੜਾ ਕਰ ਛੱਡਿਆ ਤੇ ਬਾਜੀ ਨੇ ਜਿਹੜਾ ਖਿਤਾਬ ਕੀਤਾ ਉਹ ਇਹ ਕੀਤਾ ਹੈ ਕਿ ਮੈਨੂੰ ਭਾਵੇਂ ਹੁਣ ਕੋਈ ਗਾਲ ਕੱਢ ਲੈ ਤੇ ਭਾਵੇਂ ਕੋਈ ਮੇਰੇ ਮੂੰਹ ਦੇ ਉੱਤੇ ਮੇਰੀ ਬੇਇੱਜ਼ਤੀ ਕਰਦਾ, ਭਾਵੇਂ ਨਾਅਰੇ ਲਾ ਦੇ, ਮੈਨੂੰ ਕੁਛ ਨਹੀਂ ਪਤਾ ਲੱਗਦਾ। ਮੈਨੂੰ ਹੁਣ ਕੋਈ ਪਰਵਾਹ ਨਹੀਂ ਕੋਈ ਮੇਰੇ ਨਾਲ ਕੀ ਕਰਦਾ। ਉਹਨਾਂ ਆਖਿਆ ਜੀ ਮੈਂ ਕੁੰਦਨ ਬਣ ਗਈ ਹਾਂ ਔਰ ਮੈਂ ਅੱਗ ਦੀ ਭੱਠੀ ਦੇ ਵਿੱਚੋਂ ਨਿਕਲੀ ਹਾਂ ਤੇ ਮੈਂ ਕੁੰਦਨ ਬਣ ਗਈ ਹਾਂ। ਮੈਨੂੰ ਤੇ ਸ਼ੁਕਰ ਹੈ ਉਹਨਾਂ ਕੁੰਦਨ ਹੀ ਆਖਿਆ, ਕਿਤੇ ਇਹ ਨਹੀਂ ਆਖਿਆ ਵੀ ਮੈਂ ਨਾਗਨ ਬਣ ਗਈ ਹਾਂ। ਤੇ ਬਹਰਹਾਲ ਬਾਜੀ ਨੇ ਆਖਿਆ ਵੀ ਮੈਂ ਕੁੰਦਨ ਬਣ ਗਈ ਹਾਂ, ਮੈਨੂੰ ਕੋਈ ਗਾਲਾਂ ਦੇਵੇ, ਮੇਰੇ ਖਿਲਾਫ ਕੋਈ ਨਾਅਰਾ ਲਾਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਦਲੇਰ ਬਣ ਗਈ। ਬਾਜੀ ਵੈਸੇ ਇਹਨੂੰ ਦਲੇਰ ਨਹੀਂ ਆਂਦੇ, ਬੰਦੇ ਨੂੰ ਕੋਈ ਗਾਲਾਂ ਦੇ ਤੇ ਬੰਦੇ ਨੂੰ ਅਸਰ ਨਾ ਹੋਵੇ, ਇਹਨੂੰ ਢੀਠ ਹੋਣਾ ਆਂਦੇ ਨੇ। ਤੇ ਬਹਰਹਾਲ ਬਾਜੀ ਮੇਰੀ ਨੇ ਕੀ ਆਖਿਆ ਇਹ ਸੁਣ ਲਓ। इस तरह की मुझे स्लैंडर कैंपेन्स का सामना करना पड़ा, कैरेक्टर असैसिनेशंस का सामना करना पड़ा, सिर्फ और सिर्फ जो सियासी मुखालफत है उसकी बुनियाद पर। मैं तो आहिस्ता आहिस्ता इतनी सख्त हो गई हूँ, इम्यून हो गई हूँ कि मैं उन लोगों का शुक्रिया अदा करना चाहती हूँ जिन्होंने मुझे उस आग की भट्टी में से गुजारा कि अब मेरे पे कोई चीज असर नहीं करती। मुझे गाली दे दो मुझ पे असर नहीं करता, मेरे सामने खड़े होकर नारा लगा दो मुझ पे असर नहीं करता। और मैंने जेलें भी बर्दाश्त कर ली, कोर्ट्स में धक्के भी खाए और 4-5 साल कोई छोटा अरसा नहीं होता। सब कुछ बर्दाश्त कर लिया। मुझे तो अपने मुखालिफिन का शुक्रिया अदा करना चाहिए जिन्होंने मुझे आज इतना स्ट्रांग बना दिया। ਸੁਣ ਲਿਆ ਜੇ। ਤੇ ਇਹ ਉਹੋ ਜਿਹੀਆਂ ਗੱਲਾਂ ਨੇ ਜਿਵੇਂ ਮੇਰੀ ਲੰਡਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਪ੍ਰਾਪਰਟੀ ਨਹੀਂ ਤੇ ਜਿਵੇਂ ਬਾਜੀ ਨੇ ਤੁਹਾਨੂੰ ਪਤਾ ਉੱਥੇ ਸਰਜਰੀ ਹੋਈ ਸੀ ਸਵਿਟਜ਼ਰਲੈਂਡ ਤੇ ਉਸ ਤੋਂ ਬਾਅਦ ਵੀ ਬਾਜੀ ਹੱਸ ਕੇ ਜਦੋਂ ਬਾਜੀ ਦੀ ਸਰਜਰੀ ਹੋਣ ਡਈ ਹੋਵੇ ਨਾ, ਮਤਲਬ ਬਿਜ਼ਤੀ ਹੋਣ ਡਈ ਹੋਵੇ, ਉਦੋਂ ਵੀ ਬਾਜੀ ਹੱਸਦੀ ਹੈ ਕਿਉਂਕਿ ਬਾਜੀ ਨੂੰ ਕਿਸੇ ਨੇ ਦੱਸਿਆ ਵੀ ਹੱਸਦੇ ਰਹਿਣਾ ਹੈ। ਕੋਈ ਗਾਲ ਕੱਢੇ, ਕੋਈ ਮਾੜਾ ਬੋਲੇ, ਕੋਈ ਚੋਰ ਬੋਲੇ ਤੇ ਮੂੰਹ ਸੁੱਜ ਭੜੋਲੇ ਵਰਗਾ ਨਹੀਂ ਕਰਨਾ ਜਿਵੇਂ ਬਾਊ ਜੀ ਕਰਦੇ ਨੇ। ਉਹਦੇ ਨਾਲ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਬਿਜ਼ਤੀ ਬਾਹਲੀ ਹੋ ਰਹੀ ਹੈ। ਇਸ ਲਈ ਅਗਰ ਬਿਜ਼ਤੀ ਨੂੰ ਮਹਿਸੂਸ ਘੱਟ ਕਰਨਾ ਹੈ ਜਾਂ ਬਿਜ਼ਤੀ ਦਾ ਜਿਹੜਾ ਜਿਵੇਂ ਸਾੜ ਪਵੇ ਨਾ ਕਿਸੇ ਜਗ੍ਹਾ 'ਤੇ ਬੰਦੇ ਦੇ ਅਤੇ ਉਹ 'ਤੇ ਠੰਡੀ ਬਰਫ਼ ਰੱਖ ਦਿਓ ਅਤੇ ਉਂਝ ਸਾੜ ਫਿਰ ਘੱਟ ਪੈਂਦਾ। ਉਂਝ ਵੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਬਾਜੀ ਜਿਹੜੀ ਉੱਥੇ ਜਾਂਦੇ ਨੇ ਨਾ ਸਵਿਟਜ਼ਰਲੈਂਡ ਅਤੇ ਉੱਥੇ ਉਹ ਜਿਹੜੀ ਸਰਜਰੀ ਬਾਜੀ ਨੇ ਕਰਾਈ ਹੈ ਉਸ ਤੋਂ ਬਾਅਦ ਬੰਦੇ ਦਾ ਮੂੰਹ ਜਿਹੜਾ ਨਾ ਮਤਲਬ ਇੰਝ ਹੀ ਹੋ ਜਾਂਦਾ, ਸਮਝ ਰਹੇ ਹੋ ਨਾ। ਅਤੇ ਉਹ ਬੰਦਾ ਹੱਸਣ ਨਹੀਂ ਡਿਆ ਹੁੰਦਾ ਪਰ ਲੱਗਦਾ ਬੰਦਾ ਹੱਸਣ ਡਿਆ। ਅਤੇ ਉਹ ਜਿਹੜਾ ਬਾਜੀ ਦਾ ਤੁਹਾਨੂੰ ਹੱਸਦਾ ਚਿਹਰਾ ਨਜ਼ਰ ਆਉਂਦਾ ਹੈ ਨਾ ਮੇਰੀ ਭੈਣ ਦਾ, ਉਹ ਬਾਜੀ ਹੱਸਣ ਨਹੀਂ ਰਹੀ ਹੁੰਦੀ। ਉਹ ਮੇਰਾ ਮਤਲਬ ਹੈ ਵੀ ਉਹ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਮੂੰਹ ਦੇ ਪੱਠੇ ਜਿਹੜੇ ਨੇ ਕਿਹੜੇ ਪਾਸੇ ਨੇ ਹੱਸਣ ਡਏ ਨੇ, ਰੋਣ ਡਏ ਨੇ। ਉਹ ਜਿੱਥੇ ਖਲੋਤੇ ਨੇ ਉੱਥੇ ਹੀ ਖਲੋ ਜਾਂਦੇ ਨੇ। ਇਹ ਕਿਉਂ ਖਲੋਂਦੇ ਨੇ ਅਤੇ ਕੋਈ ਡਾਕਟਰ ਹੀ ਦੱਸ ਸਕਦਾ, ਮੈਂ ਨਹੀਂ ਦੱਸ ਸਕਦਾ, ਮੈਂ ਮੈਡੀਕਲ ਡਾਕਟਰ ਤਾਂ ਹੈ ਨਹੀਂ। ਇਸ ਲਈ ਬਹਰਹਾਲ ਤੁਹਾਨੂੰ ਇਹ ਦੱਸ ਦੇਣਾ ਵੀ ਬਾਜੀ ਹੱਸਣ ਨਹੀਂ ਰਹੀ ਹੁੰਦੀ, ਬਸ ਬਾਜੀ ਹੱਸਣ ਰਹੀ ਹੁੰਦੀ ਹੈ। ਅਤੇ ਚਲੋ ਇਹ ਤਾਂ ਬਾਜੀ ਨੇ ਗੱਲ ਕੀਤੀ ਹੈ ਕਿ ਮੈਨੂੰ ਹੁਣ ਜਿਹੜਾ ਨਾ ਕੋਈ ਫਰਕ ਨਹੀਂ ਪੈਂਦਾ। ਗੱਲ ਵੀ ਸੱਚੀ ਹੈ, ਫਰਕ ਪੈਂਦਾ ਹੋਵੇ ਤਾਂ ਜਿਸ ਤਰ੍ਹਾਂ ਫਾਰਮ 47 'ਤੇ ਬਾਜੀ ਨੇ ਆਪਣੀ ਇਹ ਵਜ਼ਾਰਤ ਆਲਾ ਕੀਤੀ ਹੈ ਉਹਦੇ ਨਾਲ ਫਰਕ ਬਾਜੀ ਨੂੰ ਹੁਣ ਤੱਕ ਪੈ ਜਾਣਾ ਚਾਹੀਦਾ ਸੀ। ਅੱਛਾ ਜੀ, ਦੂਜੀ ਖਬਰ, ਪਹਿਲਾ ਨਤੀਜਾ ਤੁਹਾਡੇ ਸਾਹਮਣੇ ਰੱਖਣ ਲੱਗੇ। ਤੁਸੀਂ ਆਂਦੇ ਹੋ ਵੀ ਜੀ ਇਹ ਜਿਹੜੀ ਬੰਦਿਆਂ ਦੀ ਠੁਕਾਈ ਹੁੰਦੀ ਹੈ, ਮੰਜੀ ਪੀੜੀ ਠੋਕਦੇ ਹੋ, ਇਹਦਾ ਗਿੱਲ ਸਾਹਿਬ ਕੋਈ ਅਸਰ ਨਹੀਂ ਹੁੰਦਾ। ਨਾ ਜੀ ਨਾ, ਇਸ ਤਰ੍ਹਾਂ ਨਾ ਕਰੋ। ਅਸਰ ਹੁੰਦਾ ਔਰ ਬੜਾ ਡਾਢਾ ਅਸਰ ਹੁੰਦਾ। ਯਕੀਨ ਕਰੋ, ਇਹ ਜਿਹੜੀ ਤੁਹਾਡੀ ਮੇਰੀ ਮਿਲ ਕੇ ਇੱਕ ਦੂਜੇ ਦੇ ਨਾਲ ਤਾਕਤ ਹੈ ਨਾ, ਫੋਰਸ ਹੈ। ਇਹ ਉਂਗਲਾਂ ਕੱਲੀਆਂ ਹੋਣ ਅਤੇ ਉਂਗਲਾਂ ਹੀ ਹੁੰਦੀਆਂ ਨੇ ਜਦੋਂ ਇੰਝ ਬੀੜ ਕੇ ਇਹਨਾਂ ਨੂੰ ਇਕੱਠੀਆਂ ਕਰ ਲਈਦੀਆਂ ਅਤੇ ਇਹ ਮੁੱਕਾ ਬਣ ਜਾਂਦਾ। ਇਹ ਤੁਸੀਂ ਔਰ ਮੈਂ ਰਲ ਕੇ ਮੁੱਕਾ ਬਣੇ। ਇਹ ਜਿਸ ਵੇਲੇ ਮੈਂ ਵੀਲੌਗ 'ਚ ਗੱਲ ਕਰਦਾ ਤੁਸੀਂ ਸੁਣਦੇ ਹੋ ਅਤੇ ਉਸ ਗੱਲ ਨੂੰ ਗਾਂਹ ਵਧਾਉਂਦੇ ਹੋ ਅਤੇ ਇਹ ਤਾਂ ਬੰਬ ਬਣ ਕੇ ਜਾ ਕੇ ਵੱਜਦੀ ਅਗਲੇ ਬੰਦੇ ਦੇ ਸਿਰ 'ਚ। ਅਸੀਂ ਕੱਲ੍ਹ ਹੀ ਪਿਛਲੇ ਵੀਲੌਗ 'ਚ ਹੀ ਲੌਂਡਾ ਲਪਾੜਾ ਜੀ ਦੇ ਉੱਤੇ ਥੋੜ੍ਹਾ ਜਿਹਾ ਹਲਕਾ ਜਿਹਾ ਰੰਦਾ ਮਾਰਿਆ ਸੀ ਅਤੇ ਲੋ ਅਸਰ ਆ ਗਿਆ ਜੀ। ਪਹਿਲਾ ਨਤੀਜਾ ਆ ਗਿਆ ਔਰ ਪਹਿਲਾ ਨਤੀਜਾ ਆਇਆ ਕਿ ਬੜੇ ਚਿਰ ਬਾਅਦ ਕਿਤੇ ਲੌਂਡਾ ਲਪਾੜਾ ਜੀ ਨੇ ਇਮਰਾਨ ਖਾਨ ਦੀ ਤਸਵੀਰ ਅਤੇ ਨਾਂ ਤੋਂ ਬਗੈਰ ਵੀਲਾਗ ਕਰ ਛੱਡਿਆ ਜੀ। ਅਸੀਂ ਉਹਨਾਂ ਨੂੰ ਕੱਲ੍ਹ ਹੀ ਦੱਸਿਆ ਸੀ ਵੀ ਹਰ ਵੀਲਾਗ, ਹਰ ਜਿਹੜਾ ਆਪਣਾ ਹੈ ਨਾ ਜੀ ਇਹ ਇਹਨਾਂ ਦਾ ਹਿਸਾਬ ਕਿਤਾਬ, ਉਹਦੇ ਵਿੱਚ ਇਹਨਾਂ ਨੇ ਹਰ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਇਮਰਾਨ ਖਾਨ ਸਾਹਿਬ ਦੀ ਤਸਵੀਰ ਅਤੇ ਨਾਂ ਜਿਹੜਾ ਉਹ ਸ਼ਾਮਿਲ ਰੱਖਣਾ ਹੁੰਦਾ। ਲੇਕਿਨ ਹੁਣ ਇਹ ਤੁਸੀਂ ਵੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਅਸੀਂ ਕੀਤਾ, ਜਿੰਨਾ ਅਸੀਂ, ਮੇਰਾ ਮਤਲਬ ਹੈ ਪਿਛਲੇ ਵੀਲੌਗ ਦੇ ਵਿੱਚ ਜਿੰਨੀ ਕੁ ਤਵਾਜ਼ਾ ਕੀਤੀ ਹੈ ਉਹਦਾ ਪਹਿਲਾ ਨਤੀਜਾ ਆ ਗਿਆ ਜੇ। ਅਤੇ ਇੱਥੋਂ ਤੁਸੀਂ ਹਿਸਾਬ ਲਾਓ ਵੀ ਜਦੋਂ ਬੰਦਿਆਂ ਦੀ ਕੀਤੀ ਜਾਂਦੀ ਹੈ ਅਤੇ ਉਹਨਾਂ ਦਾ ਨਤੀਜਾ ਇਹੋ ਜਿਹੇ ਬੰਦਿਆਂ ਦਾ ਵੀ। ਹਾਲਾਂਕਿ ਬਾਜੀ ਨੇ ਵੀ ਦੱਸਿਆ ਅਤੇ ਹਾਲਤ ਉਹੀ ਹੈ ਜੋ ਬਾਜੀ ਦੀ ਹਾਲਤ ਹੈ ਨਾ, ਉਹੀ ਲੌਂਡਾ ਲਪਾੜਾ ਜੀ ਦੀ ਹੈ।
ਕੈਫੀਅਤ ਇੱਕੋ ਹੀ ਹੈ ਵੀ ਮਹਿਸੂਸ ਨਾ ਕਰੋ, ਕੋਈ ਬੇਇੱਜ਼ਤੀ ਕਰਦਾ ਮਹਿਸੂਸ ਨਾ ਕਰੋ। ਇਹਨਾਂ ਨੂੰ ਇਹ ਲੱਗਦਾ ਮਹਿਸੂਸ ਨਾ ਕਰੋ ਤੇ ਬੇਇੱਜ਼ਤੀ ਨਹੀਂ ਹੁੰਦੀ। ਇਹ ਵੀ ਘੱਟ ਹੀ ਮਹਿਸੂਸ ਕਰਦੇ ਨੇ, ਲੇਕਿਨ ਬਹਰਹਾਲ ਕਿਉਂਕਿ ਤੁਸੀਂ ਔਰ ਅਸੀਂ ਰਲ ਕੇ ਥੋੜ੍ਹੀ ਜਿਹੀ ਪੱਧਰ ਜ਼ਿਆਦਾ ਕਰ ਦਿੱਤੀ ਸੀ ਤੇ ਉਹਦਾ ਪਹਿਲਾ ਨਤੀਜਾ ਆ ਗਿਆ ਜੇ ਇਮਰਾਨ ਖਾਨ ਦੀ ਤਸਵੀਰ ਤੋਂ ਬਗੈਰ ਥੰਬਨੇਲ ਦੇ ਨਾਲ ਪਹਿਲਾ ਵੀਲਾਗ ਆ ਗਿਆ ਜੇ, ਮੁਬਾਰਕ ਹੋਏ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਇਹ ਹੈ ਕਿ ਰਿਚਰਡ ਗ੍ਰੈਨਲ ਨੇ ਖੁਰਾਕ ਜਾਰੀ ਰੱਖੇ ਨੇ ਔਰ ਹੁਣ ਉਹਨੇ ਨਵਾਂ ਖੁਰਾਕ ਕਰ ਦਿੱਤਾ। ਇਸ ਵਾਰੀ ਉਹਦਾ ਗੰਡਾਸਾ ਜਿਹੜਾ ਹੈ ਉਹਨੇ ਮੌਰਾਂ 'ਚ ਦਿੱਤਾ ਹੈ ਜਾ ਕੇ। ਉਹ ਕਿਸੇ ਪਾਕਿਸਤਾਨੀ ਦੀਆਂ ਮੌਰਾਂ 'ਚ ਨਹੀਂ ਦਿੱਤਾ, ਉਹਨਾਂ ਨੇ ਇਸ ਵੇਲੇ ਮੌਰਾਂ 'ਚ ਦਿੱਤਾ ਹੈ ਮੈਥਿਊ ਮਿਲਰ ਦੇ। ਮੈਥਿਊ ਮਿਲਰ ਕੌਣ ਹੈ? ਉਹ ਜਨਾਬ ਉਹਨਾਂ ਦੇ ਸਟੇਟ ਡਿਪਾਰਟਮੈਂਟ ਦਾ ਤਰਜਮਾਨ ਹੈ, ਮਤਲਬ ਕਿ ਹਕੂਮਤ ਦਾ ਤਰਜਮਾਨ ਕਹਿ ਲਓ। ਔਰ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਹਕੂਮਤ ਦੀ ਤਰਜਮਾਨੀ ਕਰਦੇ ਨੇ ਉਹ। ਔਰ ਉਹਨਾਂ ਨੇ ਵੀ ਹੁਣ ਆਖ ਦਿੱਤਾ ਹੈ ਕਿ ਤੁਹਾਨੂੰ ਇਹ ਪਤਾ ਹੀ ਹੈ ਕਿ ਯੂਰਪੀ ਯੂਨੀਅਨ ਤੇ ਪਹਿਲਾਂ ਹੀ ਆਖ ਚੁੱਕੀ ਹੈ, ਬਰਤਾਨੀਆ ਵੀ ਆਖ ਚੁੱਕੀ ਹੈ, ਬਰਤਾਨੀਆ ਦੀ ਹਕੂਮਤ ਵੀ ਹੁਣ, ਤੇ ਹੁਣ ਆਖਰ ਤੇ ਅਮਰੀਕਾ ਰਹਿ ਗਿਆ ਸੀ। ਅਮਰੀਕਾ ਦੇ ਵੀ ਸਟੇਟ ਡਿਪਾਰਟਮੈਂਟ ਨੇ, ਮਤਲਬ ਕਿ ਹਕੂਮਤ ਨੇ ਆਖ ਛੱਡਿਆ ਕਿ ਇਹ ਜਿਹੜੀ ਫੌਜੀ ਅਦਾਲਤਾਂ ਦੇ ਵਿੱਚੋਂ ਤੁਸੀਂ ਲੋਕਾਂ ਨੂੰ ਸਜ਼ਾਵਾਂ ਦਵਾਈਆਂ ਨੇ, ਗਲਤ ਦਵਾਈਆਂ ਨੇ, ਤੇ ਇਹ ਬੰਦ ਕਰੋ। ਇਹ ਸਾਰਾ ਜਿਹੜਾ ਜ਼ੁਲਮ ਹੈ ਇਹਨੂੰ ਬੰਦ ਕਰੋ, ਕਾਫੀ ਹੋ ਗਿਆ। ਉਹਨਾਂ ਵੀ ਜਨਰਲ ਆਸਿਮ ਮੁਨੀਰ ਸਾਹਿਬ ਨੂੰ ਪੈਗਾਮ ਘੱਲ ਛੱਡਿਆ। ਉਹਨਾਂ ਦੇ ਜਿਹੜਾ ਪੈਗਾਮ ਘੱਲਿਆ ਹੀ ਘੱਲਿਆ, ਉਹਦੇ ਉੱਤੇ ਜਿਹੜਾ ਰਿਚਰਡ ਗ੍ਰੈਨਲ ਸਾਹਿਬ ਨੇ ਹਥੌੜਾ ਛੱਡਿਆ, ਉਹ ਉਹਨਾਂ ਨੇ ਐਸੀ ਛਤਰੌਲ ਕੀਤੀ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ, ਮਤਲਬ ਆਪਣੇ ਘਰ 'ਚ ਵੀ ਉਹਨਾਂ ਲੋਕਾਂ ਨੂੰ ਸਿੱਧਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਆਖਿਆ ਵੀ ਤੁਸੀਂ ਇਹ ਕਰਨ ਕੀ ਰਹੇ ਜੇ, ਤੁਸੀਂ ਐਡਾ ਲੇਟ ਬੋਲੇ ਜੇ ਤੇ ਉਹ ਵੀ ਐਡਾ ਕਮਜ਼ੋਰ ਬੋਲੇ ਜੇ। ਉਹਨਾਂ ਕਿਹਾ ਸਿੱਧੀ ਸਿੱਧੀ ਗੱਲ ਕਰ ਵੀ ਫ੍ਰੀ ਇਮਰਾਨ ਖਾਨ, ਇਹ ਕਿਹੜੀਆਂ ਗੱਲਾਂ ਕਰਨ ਡੇ ਆ ਕਿ ਤੁਸੀਂ ਮਾੜਾ ਕੀਤਾ ਤੇ ਭੈੜਾ ਕੀਤਾ। ਉਹਨਾਂ ਕਿਹਾ ਜਾਂ ਤੇ ਵੇਲੇ ਤੇ ਬੋਲਣਾ ਸੀ, ਵੇਲੇ ਤੇ ਤੁਸੀਂ ਚੁੱਪ ਰਹੇ ਜੇ, ਤੇ ਹੁਣ ਬੋਲੇ ਜੇ ਤੇ ਉਹ ਵੀ ਐਡਾ ਕਮਜ਼ੋਰ। ਸਿੱਧੀ ਗੱਲ ਕਰੋ ਤੇ ਫ੍ਰੀ ਇਮਰਾਨ ਖਾਨ ਦਾ ਨਾਰਾ ਲਾਓ। ਇਹ ਉਹਨਾਂ ਨੇ ਹੁਣ ਰਿਚਰਡ ਗ੍ਰੈਨਲ ਸਾਹਿਬ ਨੇ ਨਵਾਂ ਜਿਹੜਾ ਭਾਵਾ ਉਠੋਕ ਦਿੱਤਾ ਜੀ। ਹੁਣ ਅਗਲੇ ਪਾਸੇ ਤੁਹਾਨੂੰ ਜਿਹੜੀ ਅਗਲੀ ਖਬਰ ਦੇਣੀ ਹੈ ਉਹ ਇਹ ਦੇਣੀ ਹੈ ਕਿ ਇਹ ਨਿੱਕੀ ਗੱਲ ਨਹੀਂ ਹੈ ਜਿਹੜੀ ਰਿਚਰਡ ਗ੍ਰੈਨਲ ਸਾਹਿਬ ਨੇ ਮੈਥਿਊ ਮਿਲਰ ਨਾਲ ਕੀਤੀ ਹੈ, ਤੇ ਬਲਕਿ ਉਹ ਵੀ ਨਿੱਕੀ ਗੱਲ ਨਹੀਂ ਹੈ ਜਿਹੜਾ ਮੈਥਿਊ ਮਿਲਰ ਨੇ ਤੇ ਸਟੇਟ ਡਿਪਾਰਟਮੈਂਟ ਨੇ ਹੁਣ ਡਿਸਓਨ ਕੀਤਾ ਹੈ ਪਾਕਿਸਤਾਨ ਦੇ ਆਰਮੀ ਦੇ ਜਿਹੜੇ ਟਾਪ ਦੇ ਜਨਰਲਸ ਨੇ ਉਹਨਾਂ ਨੂੰ ਤੇ ਉਹਨਾਂ ਦੀ ਮਿਲਟਰੀ ਕੋਰਟਸ ਨੂੰ। ਮਤਲਬ ਬਾਈਡਨ ਜਿਹੜਾ ਇਹਨਾਂ ਦੀ ਪੂਰੀ ਸਰਪ੍ਰਸਤੀ ਕਰ ਰਿਹਾ ਸੀ ਔਰ ਲੋਕਾਂ ਨੂੰ ਲੱਗ ਰਿਹਾ ਸੀ ਟਰੰਪ ਆਏਗਾ ਤੇ ਇਹਨਾਂ ਦੀ ਸਰਪ੍ਰਸਤੀ ਅਮਰੀਕਾ ਤੋਂ ਮੁੱਕੇਗੀ, ਲੇਕਿਨ ਰੱਬ ਦੇ ਕੰਮ ਵੇਖੋ ਵੀ ਅਜੇ ਟਰੰਪ ਆਇਆ ਵੀ ਨਹੀਂ, ਬਾਈਡਨ ਬੈਠਾ ਤੇ ਬਾਈਡਨ ਨੇ ਹੀ ਇਹਨਾਂ ਕੋਲੋਂ ਆਪਣੇ ਆਪ ਨੂੰ ਦੂਰ ਕਰ ਲਿਆ। ਉਹਨੇ ਆਖਿਆ ਵੀ ਨਹੀਂ, ਇਹਨਾਂ ਦਾ ਭਾਰ ਮੈਂ ਨਹੀਂ ਚੁੱਕ ਸਕਦਾ। ਉਹਨੇ ਵੀ ਇਹਨਾਂ ਦੀ ਹੁਣ ਜਿਹੜੀ ਹੈ ਉਹ ਛਤਰੌਲ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਅੱਛਾ ਜੀ, ਦੂਜਾ ਜਿਹੜਾ ਐਲਾਨ ਮਸਕ ਹੈ ਉਹਨੂੰ ਵੀ ਰਿਚਰਡ ਗ੍ਰੈਨਲ ਨੇ ਸਿੱਧਾ ਹੀ ਸੁਨੇਹਾ ਘੱਲ ਦਿੱਤਾ ਟਵਿੱਟਰ ਤੇ ਕਿ ਭਾਈ ਜੀ ਸਟਾਰਲਿੰਕ ਜਿਹੜਾ ਇੰਟਰਨੈਟ ਹੈ ਨਾ ਉਹ ਪਾਕਿਸਤਾਨ ਨੂੰ ਵੀ ਦਿਓ। ਸਟਾਰਲਿੰਕ ਕੀ ਕਰਦਾ? ਉਹ ਇੰਟਰਨੈਟ ਇਹ ਕਿ ਤਵਾ ਜਿਹਾ ਨਿੱਕਾ ਜਿਹਾ ਲਾ ਕੇ ਤੁਸੀਂ ਉਹਦੇ ਨਾਲ ਐਂਟੀਨਾ ਕਹਿ ਲਓ, ਉਹਨੂੰ ਪੰਜਾਬੀ 'ਚ ਤਵਾ ਆਖਣ ਡਿਆ, ਨਿੱਕਾ ਜਿਹਾ ਤਵਾ ਲੱਗਦਾ, ਬਿਲਕੁਲ ਨਿੱਕਾ ਜਿਹਾ, ਉਹਦੇ ਨਾਲ ਤਾਰ ਲੱਗਦੀ ਹੈ ਤੇ ਉਹਦੇ ਨਾਲ ਜਿਹੜਾ ਫੋਨ ਅਟੈਚ ਹੋ ਜਾਂਦਾ ਹੈ। ਜਾਂ ਹੁਣ ਜਿਹੜੇ ਨਵੇਂ ਫੋਨ ਆਏ ਨੇ ਉਹ ਡਾਇਰੈਕਟ ਖੁਦ ਵੀ ਉੱਤੋਂ ਮੁਆਸਲਾਤੀ ਸਿਆਰੇ ਤੋਂ ਜਿਹੜਾ ਉਹ ਸਿੱਧਾ ਹੀ ਇੰਟਰਨੈਟ ਲੈ ਲੈਂਦੇ ਨੇ। ਉਹਦੇ ਵਿੱਚ ਨਾ ਕੋਈ ਹਕੂਮਤ, ਨਾ ਕੋਈ VPN, ਨਾ ਕੋਈ ਰੌਲਾ, ਨਾ ਕੋਈ ਰਫੜ। ਸਮਝਦੇ ਹੋ ਗੱਲ ਨੂੰ? ਉਹਨੇ ਹੁਣ ਆਖਿਆ ਵੀ ਇਹ ਜਿਹੜਾ ਪਾਕਿਸਤਾਨ ਦਾ ਇਲਾਕਾ ਇਹਨੂੰ ਹੀ ਆਪਣੇ ਸਟਾਰਲਿੰਕ 'ਚ ਸ਼ਾਮਲ ਕਰੋ ਤੇ ਉੱਥੇ ਵੀ ਇੰਟਰਨੈਟ ਦਿਓ। ਤੇ ਜੇ ਹੁਣ ਐਲਾਨ ਮਸਕ ਨੇ ਗੱਲ ਮੰਨ ਲਈ ਤੇ ਫਿਰ ਸਾਰੇ VPN, ਸਾਰੇ ਝਗੜੇ ਪਾਰ, ਜਿਹਦੇ ਕੋਲ ਉਹ ਇੰਟਰਨੈਟ ਹੋਇਆ ਉਹ ਆਪਣਾ ਬੰਬ ਕੇ ਗੱਲ ਸੁਣੇਗਾ। ਨਾ ਪਾਕਿਸਤਾਨ ਦੀ ਸਰਕਾਰ ਉਸ ਇੰਟਰਨੈਟ ਨੂੰ ਕੰਟਰੋਲ ਕਰ ਸਕੇਗੀ, ਨਾ ਵਿੱਚ VPN ਦੇ ਸਕੇਗੀ, ਨਾ ਆਪਣਾ ਹਫੀਜ਼ ਮੇਜਰ ਜਨਰਲ ਰਿਟਾਇਰਡ ਹਫੀਜ਼ੁਰ ਰਹਿਮਾਨ ਸਾਹਿਬ ਉਹਦੇ ਵਿੱਚ ਵੜ ਸਕਣਗੇ, ਬਲਕਿ ਸੀਲਾਂ ਟੈਟ ਹੋ ਜਾਣਗੀਆਂ ਔਰ ਬਿਲਕੁਲ ਉੱਤੋਂ ਜਿਹੜਾ ਸਿੱਧਾ ਹੀ ਇੰਟਰਨੈਟ ਲੋਕਾਂ ਨੂੰ ਵੱਜੇਗਾ ਔਰ ਲੋਕੀ ਆਪਣੀ ਮਰਜ਼ੀ ਦਾ ਉਹਦੇ 'ਤੇ ਇਸਤੇਮਾਲ ਕਰਨਗੇ ਇੰਟਰਨੈਟ ਦਾ। ਦੂਜਾ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਆਖ ਛੜਿਆ ਕਿ ਇੰਟਰਨੈਟ ਘੱਟ ਇਸਤੇਮਾਲ ਕਰੋ, ਤਾਰਾਂ ਤੱਤੀਆਂ ਹੁੰਦੀਆਂ ਨੇ। ਹਾਂਜੀ, ਜਿਹੜਾ ਪਾਰਲੀਮਾਨੀ ਸੈਕਟਰੀ ਹੈ ਉਹਨੇ ਨਵੀਂ ਖੱਚ ਮਾਰੀ ਜੇ, ਉਹਨਾਂ ਨੇ ਆਖਿਆ ਕਿ ਇੰਟਰਨੈਟ ਦੀ ਸਪੀਡ ਇਸ ਤੋਂ ਘੱਟ ਹੈ ਵੀ ਲੋਕੀ ਬਹੁਤਾ ਇਸਤੇਮਾਲ ਕਰਦੇ ਨੇ, ਘੱਟ ਇਸਤੇਮਾਲ ਕਰੋ ਤਾਂ ਕਿ ਇੰਟਰਨੈਟ ਦੀ ਸਪੀਡ ਜਿਹੜੀ ਹੈ ਉਹ ਚੰਗੀ ਤੁਹਾਨੂੰ ਦਿੱਤੀ ਜਾ ਸਕੇ। ਮਤਲਬ ਇਹਨਾਂ ਦੇ ਹਿਸਾਬ ਨਾਲ ਇੰਟਰਨੈਟ ਵੀ ਜਿਹੜਾ ਹੁਣ ਕੋਈ ਜ਼ਰੂਰੀ ਸ਼ੈ ਅਜੇ ਨਹੀਂ ਹੈਗੀ। ਅੱਛਾ ਜੀ, ਹੁਣ ਚੱਲਦੇ ਹਾਂ ਅਗਲੀ ਖਬਰ ਵਾਲੇ ਪਾਸੇ। ਕੱਲ ਤੁਹਾਨੂੰ ਅਸੀਂ ਖਬਰ ਦਿੱਤੀ ਸੀ ਗਰੀਬ ਦਾ ਹਥਿਆਰ ਤੇ ਤੁਹਾਡੇ ਸਾਰਿਆਂ ਦੇ ਦੰਦ ਨਿਕਲੇ। ਕਈਆਂ ਲੋਕਾਂ ਦੇ ਮੈਂ ਕਮੈਂਟ ਪੜ੍ਹੇ, ਉਹਨਾਂ ਆਖਿਆ ਗਿੱਲ ਸਾਹਿਬ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਵੇਖੋ ਜੀ, ਮੈਂ ਕਰਨਾ, ਹੁਣ ਵੇਖ ਲਓ ਇਹ ਕੌਣ ਨੇ? ਇਹ ਸੈਨੇਟਰ ਮੁਸ਼ਤਾਕ ਸਾਹਿਬ ਨੇ, ਤੇ ਉਹ ਵੀ ਉਹੀ ਗੱਲ ਕਰਨ ਡਏ ਨੇ। ਉਹ ਵੀ ਗਰੀਬ ਦੇ ਹਥਿਆਰ ਦੀ ਗੱਲ ਕਰਨ ਡਏ ਨੇ। ਉਹ ਵੀ ਆਂਦੇ ਨੇ ਵੀ ਗਰੀਬ ਦਾ ਜਿਹੜਾ ਹਥਿਆਰ ਹੈ ਉਹ ਇੱਕੋ ਹੀ ਹੈ, ਉਹਨੇ ਫਿਰ ਬਾਈਕਾਟ ਹੀ ਕਰਨਾ। ਤੇ ਕੱਲ ਅਸੀਂ ਦੱਸਿਆ ਸੀ ਵੀ ਜਿਹਦੇ ਕੋਲ ਟਵਿੱਟਰ ਹੈ ਉਹਦੇ ਕੋਲ ਉਹ ਗਰੀਬ ਦਾ ਹਥਿਆਰ ਹੈ। ਔਜ਼ਾਰ ਕਹਿ ਲਓ, ਹਥਿਆਰ ਕਹਿ ਲਓ, ਪੰਜਾਬੀ 'ਚ ਸੰਦ ਕਹਿ ਲਓ, ਮਤਲਬ ਇਹ ਡਿਫਰੈਂਟ ਨਾਂ ਨੇ। ਲੇਕਿਨ ਇਹ ਤੁਸੀਂ ਮੇਰੀਆਂ ਗੱਲਾਂ ਤੇ ਬੜੇ ਦੰਦ ਕੱਢਦੇ ਜੇ। ਹੁਣ ਸੈਨੇਟਰ ਸਾਹਿਬ ਨੇ ਆਖਿਆ ਹੁਣ ਸਕੂਨ ਜੇ, ਤੇ ਥੋੜ੍ਹੀ ਜਿਹੀ ਮੇਰੀ ਗੱਲ ਜਿਹੜੀ ਹੈ ਨਾ ਉਹ ਪੰਜਾਬੀ ਜ਼ੁਬਾਨ ਇਹੋ ਜਿਹੀ ਹੈ, ਤੁਸੀਂ ਆਪਣੀ ਮਰਜ਼ੀ ਦੇ ਮਤਲਬ ਕੱਢਣ ਦੀ ਬਜਾਏ ਜਿਹੜਾ ਮਤਲਬ ਮੈਂ ਆਨਾ ਹੁੰਦਾ ਉਹਦੇ 'ਤੇ ਰਿਹਾ ਕਰੋ। ਤੇ ਇਹ ਬਾਈਕਾਟ ਦਾ ਹੁਣ ਰੌਲਾ ਇਹ ਬਣਿਆ ਕਿ ਉਹ ਜਿਹੜੀਆਂ ਸ਼ੈਵਾਂ ਜਿਹਨਾਂ ਦਾ ਬਾਈਕਾਟ ਪਬਲਿਕ ਕਰਨ ਡਈ, ਉਹਨਾਂ ਦੀ ਕੀਮਤਾਂ ਹੀ ਮੈਂ ਸੁਣਿਆ ਅੱਧੀਆਂ ਰਹਿ ਗਈਆਂ ਨੇ, ਵਿਕਣ ਨਹੀਂ ਡਈਆਂ, ਇੱਕ ਨਾ ਇੱਕ ਫ੍ਰੀ ਆਂਦੇ ਨੇ ਲੈ ਜਾਓ, ਇਹੋ ਜਿਹੀਆਂ ਗੱਲਾਂ ਹੋਣ ਡਈਆਂ ਨੇ। ਅੱਛਾ ਜੀ, ਅੱਗੇ ਚੱਲਨੇ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ।
ਸੀਨੀਅਰ ਸਹਾਫੀ ਨੁਸਰਤ ਜਵੇਦ ਸਾਹਿਬ ਨੇ ਕਿਹਾ ਕਿ ਫਾਰਮ 47 ਨਾਲ ਆਈ ਜਿਹੜੀ ਹਕੂਮਤ ਹੈ ਨਾ, ਇਹਨਾਂ ਦੇ ਨਾਲ ਇੱਕ ਵੱਡੀ ਮੁਸੀਬਤ ਇਹ ਬਣ ਗਈ ਹੈ ਵੀ ਉੱਥੇ ਅਮਰੀਕਾ 'ਚ ਜਿਹੜੀਆਂ ਸਭ ਏਜੰਸੀਆਂ ਦੀ ਮਾਂ ਹੈ ਹੋਮਲੈਂਡ ਸਿਕਿਉਰਿਟੀ, ਉਹਦੀ ਜਿਹੜੀ ਨਵੀਂ ਸਰਬਰਾਹ ਹੈ ਜਿਹਦਾ ਨਾਂ ਤੁਲਸੀ ਗੈਬਰਡ, ਉਹ ਜਿਹੜੀ ਉਹਦਾ ਬੜਾ ਦਿਲ ਆਇਆ ਇਮਰਾਨ ਖਾਨ ਤੇ ਇਹਨਾਂ ਨੇ ਵੀ ਉਹੋ ਜਿਹਾ ਹੀ ਹਮਲਾ ਕੀਤਾ ਹੈ। ਨੁਸਰਤ ਜਵੇਦ ਸਾਹਿਬ ਨੇ ਵੀ ਜਿਹੋ ਜਿਹਾ ਹਮਲਾ ਪਹਿਲਾਂ ਜੀਓ ਟੀਵੀ ਨੇ ਰਿਚਰਡ ਗ੍ਰੈਨਲ ਤੇ ਕੀਤਾ ਸੀ, ਉਹੋ ਜਿਹਾ ਹਮਲਾ ਹੀ ਹੁਣ ਇਹਨਾਂ ਕਰ ਛੱਡਿਆ। ਤੇ ਇਹ ਹੁਣ ਆਂਦੇ ਨੇ ਵੀ ਉਹ ਜਿਹੜੀ ਤੁਲਸੀ ਗੈਬਰਡ ਹੈ ਉਹ ਆਂਦੀ ਇਮਰਾਨ ਖਾਨ ਨੂੰ ਛਡਾਓ ਕਿਉਂਕਿ ਉਹਦਾ ਇਮਰਾਨ ਖਾਨ ਤੇ ਦਿਲ ਆ ਗਿਆ ਨਾ। ਹੁਣ ਕੋਈ ਨਾ ਕੋਈ ਅੱਲਾ ਦਾ ਬੰਦਾ ਕੋਸ਼ਿਸ਼ ਕਰੇਗਾ ਤੁਲਸੀ ਗੈਬਰਡ ਤੱਕ ਵੀ ਗੱਲ ਅਪਣਾਉਣ ਦੀ ਕਿ ਇਹੋ ਜਿਹੀ ਜ਼ੁਬਾਨ ਇਸਤੇਮਾਲ ਕਰਨ ਡਏ ਨੇ ਤੇ ਚੌਧਰੀ ਨਿਜ਼ਾਮਦੀਨ ਤੁਹਾਡੇ ਤੇ ਇੰਜ ਦੇ ਹੁਣ ਹਮਲੇ ਅਮਰੀਕਾ ਦੇ ਵਿੱਚ ਪਾਕਿਸਤਾਨ 'ਚੋਂ ਕਰਵਾਉਣ ਡਿਆ। ਜਿਹੜਾ ਬੰਦਾ ਵੀ ਕੋਈ ਅਸੂਲ ਦੀ ਗੱਲ ਕਰੇ, ਇਨਸਾਨੀ ਹਕੂਕ ਦੀ ਗੱਲ ਕਰੇ, ਉਹ ਬੰਦੇ ਦੀ ਗੱਲ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਇਹ ਉਹਦੇ ਉੱਤੇ ਗੰਦ ਸੁੱਟਦੇ ਨੇ, ਕੂੜਾ ਸੁੱਟਦੇ ਨੇ, ਕਦੀ ਉਹਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਤੇ ਕਦੀ ਕੁਝ ਹੋਰ ਕਰਦੇ ਨੇ। ਇਹ ਹੁਣ ਨਵਾਂ ਕੰਮ ਜਿਹੜਾ ਉਹ ਚੌਧਰੀ ਨਿਜ਼ਾਮਦੀਨ ਨੇ ਨੁਸਰਤ ਜਵੇਦ ਸਾਹਿਬ ਕੋਲੋਂ ਕਰਵਾਇਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ ਉਹ ਹੈ ਕਿ ਆਰਿਫ ਅਲਵੀ ਸਾਹਿਬ ਦੀ ਇਮਰਾਨ ਖਾਨ ਦੀ ਰਿਹਾਈ ਦੇ ਉੱਤੇ ਉਹਨਾਂ ਨੇ ਬੜਾ ਖੁੱਲ੍ਹ ਕੇ ਆਖਿਆ ਵੀ ਜੀ ਕਮੇਟੀ ਬਣਾਈ ਜੇ ਚੋ ਹੋਰ ਤਾਂ ਕੋਈ ਸ਼ਾਇਦ ਨਾ ਨਿਕਲੇ, ਪਰ ਇਹ ਨਾ ਗੱਲ ਕਰੋ ਕਿ ਇਮਰਾਨ ਖਾਨ ਨੂੰ ਬਣੀ ਗੱਲ ਆ ਹਾਊਸ ਅਰੈਸਟ ਕਰ ਦੇਣਾ ਤੇ ਇਹ ਕਰ ਦੇਣਾ ਤੇ ਉਹ ਕਰ ਦੇਣਾ। ਸਿੱਧੀ ਪੱਧਰੀ ਗੱਲ ਕਰੋ ਵੀ ਇਮਰਾਨ ਖਾਨ ਨੂੰ ਰਿਲੀਜ਼ ਕਰੋ। ਉਹਨਾਂ ਕਿਹਾ ਗੱਲ ਹੁਣ ਇੱਥੇ ਮੁੱਕਣੀ ਹੈ, ਇਦੋਂ ਘੱਟ ਗੱਲ ਨਹੀਂ ਮੁੱਕਣੀ। ਇਮਰਾਨ ਖਾਨ ਨੂੰ ਹੁਣ ਰਿਲੀਜ਼ ਕਰੋ। ਇਹ ਕੋਈ ਨਹੀਂ ਵੀ ਇਮਰਾਨ ਖਾਨ ਨੂੰ ਹੁਣ ਇੱਥੋਂ ਚੁੱਕ ਕੇ ਤੇ ਜਨਾਬ ਲੈ ਜਾਓ, ਬਣੀ ਗੱਲ ਹੈ ਤੇ ਹਾਊਸ ਅਰੈਸਟ ਕਰ ਦਿਓ। ਉਹਨਾਂ ਕਿਹਾ ਇਹਦੇ ਨਾਲ ਜਿਹੜੀ ਗੱਲ ਹੈ ਉਹ ਨਹੀਂ ਬਣਨੀ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸੀਨੀਅਰ ਸਹਾਫੀ ਇਮਤਿਆਜ਼ ਗੁਲ ਸਾਹਿਬ ਨੇ। ਬੜੇ ਤਗੜੇ ਸਹਾਫੀ ਨੇ ਔਰ ਬੜੀ ਚੰਗੀ ਸਹਾਫਤ ਕਰਦੇ ਨੇ। ਉਹਨਾਂ ਆਖਿਆ ਹੈ ਕਿ ਇਮਰਾਨ ਖਾਨ ਜਿਹੜਾ ਉਹਨੇ ਸਿਰ ਤੇ ਕਫਨ ਬੰਨਿਆ ਔਰ ਬਿਲਕੁਲ ਡਰਿਓ ਬਗੈਰ ਸੀਨਾ ਚੌੜਾ ਕਰਕੇ ਸਿੱਧਾ ਹੋ ਕੇ ਖਲੋ ਗਿਆ ਹੋਇਆ ਔਰ ਉਹ ਸਟੈਬਲਿਸ਼ਮੈਂਟ ਨੂੰ ਆਂਦਾ ਕਿ ਮੈਨੂੰ ਮਾਰਨਾ ਜੇ ਤੇ ਮਾਰ ਦਿਓ, ਗੋਲੀ ਮਾਰਨੀ ਉਹ ਮਾਰੋ, ਜੋ ਮੇਰੇ ਨਾਲ ਕਰਨਾ ਕਰੋ, ਮੈਂ ਮਾਫੀ ਨਹੀਂ ਜੇ ਮੰਗਣੀ, ਮੈਂ ਆਪਣਾ ਸਿਰ ਥੱਲੇ ਨਹੀਂ ਝੁਕਾਉਣਾ ਔਰ ਮੈਂ ਤੁਹਾਡੇ ਕੋਲ NRO ਨਹੀਂ ਲੈਣੀ। ਇਹ ਗੱਲ ਮੈਂ ਨਹੀਂ ਆਖਣ ਡਿਆ। ਇਹ ਇੱਕ ਬੜੇ ਇੰਡੀਪੈਂਡੈਂਟ ਜਰਨਲਿਸਟ ਨੇ ਇਮਤਿਆਜ਼ ਗੁਲ ਸਾਹਿਬ, ਜਿਨ੍ਹਾਂ ਦੀ ਇੰਡੀਪੈਂਡੈਂਸ ਜਿਹੜੀ ਹੈ ਜਾਂ ਜਿਨ੍ਹਾਂ ਦੀ ਇਮਾਨਦਾਰੀ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਦਾ, ਬੜੀ ਤਗੜਾ ਜਰਨਲਿਜ਼ਮ ਕਰਦੇ ਨੇ। ਇਹ ਉਹਨਾਂ ਬਿਆਨ ਦਿੱਤਾ ਕਿ ਇਮਰਾਨ ਖਾਨ ਬਿਲਕੁਲ ਖਲੋਤਾ ਹੈ ਤੇ ਜਿਹੜੇ ਮਿਲਟਰੀ ਦੇ ਜਰਨਲ ਨੇ ਉਹਨਾਂ ਨੂੰ ਹੁਣ ਸਮਝ ਨਹੀਂ ਆਉਣ ਡਈ ਵੀ ਜਾਈਏ ਤੇ ਕਿਹੜੇ ਪਾਸੇ ਜਾਈਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਆਫਤਾਬ ਇਕਬਾਲ ਸਾਹਿਬ ਨੂੰ ਦੁਬਈ ਦੇ ਵਿੱਚ ਸਾਡੇ ਚੌਧਰੀਆਂ ਨੇ ਜਾ ਕੇ ਫੜਵਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਸਾਡੇ ਕੋਲ ਅੰਦਰ ਦੀ ਖਬਰ ਆਈ ਹੈ ਕਿ ਕਿਤੇ ਆਫਤਾਬ ਇਕਬਾਲ ਸਾਹਿਬ ਉੱਥੇ ਪੂਰੀ ਦਲੇਰੀ ਦੇ ਨਾਲ ਸਿੱਧੇ ਖਲੋ ਗਏ। ਉਹਨਾਂ ਕਿਹਾ ਵੀ ਦੱਸੋ ਮੈਂ ਕੀਤਾ ਕੀ ਹੈ ਤੇ ਜਿੱਥੇ ਖੜਨਾ ਖੜੋ, ਜਿਹੜੀ ਮੇਰੀ ਗੱਲ ਇੱਥੇ ਹੈ ਉਹੀ ਉੱਥੇ ਹੈ। ਉਹਨਾਂ ਦੀ ਘਰ ਵਾਲੀ ਨਾਲ ਸੀ, ਉਹਨਾਂ ਦੀ ਬੇਗਮ ਸਾਹਿਬਾ, ਉਹ ਵੀ ਪੂਰੀ ਦਲੇਰੀ ਨਾਲ ਆਲਦੋ ਕਿ ਉਹਨਾਂ ਨੂੰ ਉੱਥੋਂ ਘੱਲ ਦਿੱਤਾ ਏਅਰਪੋਰਟ ਤੋਂ, ਲੇਕਿਨ ਬਾਹਰ ਉਹਨਾਂ ਵਕੀਲਾਂ ਨਾਲ ਰਾਬਤੇ ਕਰਕੇ ਸਾਰੀਆਂ ਚੀਜ਼ਾਂ ਪੂਰੀ ਦਲੇਰੀ ਦੇ ਨਾਲ ਉਹਨਾਂ ਨੇ ਮਾਮਲਾਤ ਜਿਹੜੇ ਨੇ ਉਹ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਉਹ ਬਿਲਕੁਲ ਕੋਈ ਕਮਜ਼ੋਰੀ ਨਾ ਵਿਖਾਣ ਔਰ ਦਲੇਰੀ ਦੇ ਨਾਲ ਉਹਨਾਂ ਨੇ ਸਾਰੇ ਮਾਮਲੇ ਨੂੰ ਫੇਸ ਕੀਤਾ। ਲੇਕਿਨ ਇੱਥੇ ਇੱਕ ਬੜੀ ਖੁਸ਼ਾਇੰਦ ਗੱਲ ਹੈ। ਉਹ ਖੁਸ਼ਾਇੰਦ ਗੱਲ ਇਹ ਹੈ ਕਿ ਆਲਦੋ ਸਾਡੇ ਚੌਧਰੀ ਦੇ ਬੰਦੇ ਉੱਥੇ ਅਪੜੇ ਸੀ, ਲੇਕਿਨ ਜਿਹੜੀ ਦੁਬਈ ਦੀ ਅਥਾਰਟੀਜ਼ ਸਨ ਉਹਨਾਂ ਨੇ ਆਫਤਾਬ ਇਕਬਾਲ ਸਾਹਿਬ ਦੀ ਬੜੀ ਇੱਜ਼ਤ ਵੀ ਕੀਤੀ ਔਰ ਉਹਨਾਂ ਨੇ ਜਿਹੜੇ ਸਾਡੇ ਚੌਧਰੀ ਦੇ ਬੰਦੇ ਗਏ ਸਨ ਉੱਥੇ ਆਫਤਾਬ ਇਕਬਾਲ ਸਾਹਿਬ ਨੂੰ ਤੰਗ ਕਰਨ ਵਾਸਤੇ ਜਾਂ ਉਹਨਾਂ ਦੇ ਉੱਤੇ ਕੋਈ ਕੇਸ ਬਣਾਉਣ ਵਾਸਤੇ ਜਾਂ ਪਾਕਿਸਤਾਨ ਖੜਨ ਦੀ ਕੋਸ਼ਿਸ਼ ਕਰਨ ਵਾਸਤੇ, ਉਹਨਾਂ ਕਿਹਾ ਨਾ ਚੰਨ ਇੱਥੇ ਕਾਨੂੰਨ ਔਰ ਸਾਰੀਆਂ ਗੱਲਾਂ ਸਾਡੇ ਨਾਲ ਕਰੋ, ਦੂਜੀਆਂ ਨਾ ਕਰੋ, ਕਾਨੂੰਨ ਦੱਸੋ ਕਿਹੜਾ। ਉਹਨਾਂ ਨੂੰ ਉੱਥੇ ਕੋਈ 18 ਘੰਟੇ ਏਅਰਪੋਰਟ ਤੇ ਦੁਬਈ ਰੱਖਿਆ, ਆਖਰ ਛੱਡਣਾ ਪਿਆ। ਵੇਖੋ ਹੁਣ ਸਾਨੂੰ ਸਮਝ ਤੋਂ ਬਾਹਰ ਹੈ ਵੀ ਜੇ ਸਾਡਾ ਚੌਧਰੀ ਜਿਹੜਾ ਉਹ ਆਫਤਾਬ ਇਕਬਾਲ ਵਰਗੇ ਬੰਦਿਆਂ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ, ਜਿਹੜਾ ਕਦੇ ਇਖਲਾਕ ਤੋਂ ਘਿਰੀ ਹੋਈ ਗੱਲ ਨਹੀਂ ਕਰਦਾ, ਕਦੇ ਸਖਤ ਗੱਲ ਕੋਈ ਗਾਲੀ ਗਲੋਚ ਨਹੀਂ ਕਰਦਾ, ਤਨਕੀਦ ਵੀ ਕਰਦਾ ਹੈ ਤੇ ਬੜੇ ਸ਼ਾਇਸਤਾ ਤਰੀਕੇ ਦੇ ਨਾਲ, ਸੁਲਝੇ ਤਰੀਕੇ ਦੇ ਨਾਲ। ਉਹ ਇੱਕ ਫਨਕਾਰ ਹੈ, ਆਰਟਿਸਟ ਹੈ, ਦਾਨਸ਼ਵਰ ਹੈ, ਸਹਾਫੀ ਹੈ, ਇਨਫੋਟੇਨਮੈਂਟ ਦੀ ਇੰਡਸਟਰੀ ਨੂੰ ਇੱਕ ਨਈ ਜਲਾ ਬਖਸ਼ਣ ਵਾਲਾ ਬੰਦਾ ਹੈ। ਮਤਲਬ ਪਾਕਿਸਤਾਨ ਦਾ ਇੱਕ ਸੌਫਟ ਇਮੇਜ ਔਰ ਸੌਫਟ ਚਿਹਰਾ ਹੈ। ਅਗਰ ਤੁਹਾਡੇ ਕੋਲੋਂ ਆਫਤਾਬ ਇਕਬਾਲ ਵੀ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਸੁਲਹ ਹੀ ਕਰ ਲਓ, ਮੇਰਾ ਖਿਆਲ ਹੈ, ਤੇ ਉਹ ਵੀ ਦੁਬਈ ਅੱਪੜ ਕੇ ਜਾ ਕੇ ਉਹਨੂੰ ਤੰਗ ਕਰਦੇ ਜੇ। ਬਹਰਹਾਲ ਇਹ ਵੀ ਇੱਕ ਨਵੀਂ ਮੁਸੀਬਤ ਇਹਨਾਂ ਨੇ ਕੱਲ ਪਾਈ ਰੱਖੀ, ਹੁਣ ਹੋਰ ਕੀ ਕਹਿ ਸਕਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਗਲੀ ਖਬਰ ਇਹ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਸੂਰਤ-ਏ-ਹਾਲ ਚੱਲ ਰਹੀ ਹੈ ਉਹਦੇ ਵਿੱਚ ਸਾਰਿਆਂ ਦੇ ਉੱਤੇ ਹੀ ਤੁਹਾਨੂੰ ਪਤਾ ਹੈ ਕਿ ਕੇਸ ਵੇਸ ਇਹਨਾਂ ਨੇ ਕੀਤੇ ਨੇ ਤੇ ਸਾਰੇ ਮਾਮਲਾਤ ਨੇ। ਲੇਕਿਨ ਮੁਨੀਬ ਫਾਰੂਕ ਸਾਹਿਬ ਹੁਣ ਤੋਂ ਚੰਦ ਦਿਨ ਪਹਿਲਾਂ ਆਉਂਦੇ ਸਨ ਵੀ ਜਿਹੜੀ ਬਾਜੀ ਮਰੀਮ ਹੈ ਨਾ ਉਹਦੀ ਹਕੂਮਤ ਤੋਂ ਚੌਧਰੀ ਨਿਜ਼ਾਮਦੀਨ ਸਾਹਿਬ ਰਾਜ਼ੀ ਬੜੇ ਨੇ। ਮੈਂ ਨਹੀਂ ਆਖਣ ਡਿਆ, ਉਹ ਆਉਂਦੇ ਸਨ। ਸੁਣੋ, ये वो ख्याल है जो इस वक्त पाकिस्तान की मुक्तदरा का है, बल्कि कुछ लोग तो शायद ये भी कहते हैं कि मरीम नवाज शरीफ का तो बड़ा ब्राइट फ्यूचर है और ये तो जिस तरह फर्स्ट इलेक्टेड ऑफिस को ले रही है ये तो प्राइम मिनिस्टर मटीरियल है इन द टाइम्स टू कम, आने वाले वक्तों के अंदर। ਸੁਣ ਲਿਆ ਜੀ, ਆਂਦੇ ਸਨ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ। ਇਹ ਤੇ ਇੰਨਾ ਇਹਨੇ ਕੰਮ ਬੰਬ ਕੱਢ ਕੇ ਰੱਖ ਦਿੱਤੀ ਹੈ
ਤੇ ਹੁਣ ਇੱਕ ਪਾਸਿਓਂ ਉੱਥੋਂ ਰਿਚਰਡ ਗ੍ਰੈਨਲ ਨੇ ਭਾਰਾ ਰੰਦਾ ਫੇਰਿਆ, ਦੂਜੇ ਪਾਸਿਓਂ ਬਾਈਡਨ ਭੱਜ ਗਿਆ, ਤੀਸਰੇ ਪਾਸਿਓਂ ਮੈਥਿਊ ਮਿਲਰ ਨੇ ਕਿਹਾ ਹੈ ਵੀ ਬਈ ਇਹ ਮਿਲਟਰੀ ਕੋਡ ਜਿਹੜਾ ਸਾਰਾ ਡਰਾਮਾ ਹੈ ਬੰਦ ਕਰੋ। ਉਧਰੋਂ ਬਰਤਾਨੀਆ ਨੇ ਵੀ ਇਹੀ ਕਿਹਾ, ਯੂਰਪੀ ਯੂਨੀਅਨ ਨੇ, GSP+, ਇਹ ਜਿਸ ਵੇਲੇ ਪੈਰ ਰੌਲਾ ਗਿਆ ਦਾएं ਬਾएं, ਤੇ ਨਾਲ ਹੀ ਵੇਖੋ ਮੁੰਨਾ ਮਨੀਰ ਫਰੂਕ ਜਿਹੜਾ ਐਸਟੈਬਲਿਸ਼ਮੈਂਟ ਦਾ ਵਿਚਾਰਾ ਨਿੱਕਾ ਜਿਹਾ ਬਾਜਾ ਹੈ, ਸਪੋਕਸਪਰਸਨ ਹੈ, ਉਹਨੇ ਆਪਣੀ ਗੇਮ ਕਿਸ ਤਰ੍ਹਾਂ ਬਦਲੀ ਜੇ। ਕੱਲੇ ਮੈਥਿਊ ਮਿਲਰ ਨੇ नहीं बदली, इत्थे मुन्ने मुनीब फरूक ने भी बदली है। सुनो हुण की आंदा जे। आपको एक बात बताऊं, PMLN की इस वक्त पंजाब में हालत है, बड़ी ताकतवर हुकूमत है, लेकिन मैं अगर ये कहूं कि बहुत भारी तादाद में MPA साहिबान सख्त तंग है अपनी हुकूमत से। वो कहते हैं जी ना हमारा कोई काम हो रहा है, ना हमारी कोई बात सुन रहा है, ना हमारी रसाई है वज़ीर आला तक। मुतअद्दिद MPA साहिबान हैं जिनसे मैं वैसे मिला हूं, लेकिन मुझे वैसे ओवरऑल अंदाजा है कि जीरो एक्सेस है उनकी अपनी वज़ीर आला तक। तो वो एक ज़माना था जब 2013 से 18 के बीच में शहबाज शरीफ साहब पंजाब के वज़ीर आला थे, तीसरी दफ़ा जब बने, तो उस वक्त भी यही हाल था, लेकिन शहबाज शरीफ साहब से फिर भी कोई MPA साहिबान मिलते थे। लेकिन मरीम नवाज शरीफ साहिबा का तो एक्सेस उन तक पहुंचता नहीं है, और वो कहते नहीं कि वो सिर्फ चंद सिलेक्टेड लोग हैं जो जिनकी एक्सेस है मरीम नवाज शरीफ साहिबा तक। किसी ने बहुत तीर चला लिया तो उसकी एक्सेस मरीम औरंगजेब साहिबा तक बजरिया पैगाम पहुंच जाता है, लेकिन मरीम औरंगजेब साहिबा की आगे फिर वो मर्जी है कि उनका पैगाम रिले होता है, वज़ीर आला तक नहीं होता। लेकिन ओवरऑल जब आप MPA से बात करते हैं तो एक ही बात कहते हैं कि हमारा कोई काम नहीं होता। उनके काम क्या है? AC, DC, DSP, DPO, थानेदार, SHO, डेवलपमेंट के मसाइल और मामला, वो कहते नहीं हमारी सुनी कोई नहीं जाती। ਸੁਣ ਲਿਆ ਜੇ। ਉਹਨੇ ਕਿਹਾ ਬਾਜੀ ਮਰੀਮ ਤੋਂ ਸਾਰਾ ਜਹਾਨ ਹੀ ਤੰਗ ਹੈ, ਜਿਹਨੂੰ ਕੱਲ ਆਂਦਾ ਸੀ ਵੀ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ, ਤੇ ਇਹਨੇ ਖੋਰੇ ਕਿੱਥੇ ਅਪੜ ਜਾਣਾ ਹੈ, ਤੇ ਚੌਧਰੀ ਨਿਜ਼ਾਮਦੀਨ ਤੇ ਇਹਨੂੰ ਬੜਾ ਦੂਰ ਅਪੜਾਉਣਾ ਚਾਹੁੰਦਾ ਹੈ। ਉਹ ਜਿਹਦੇ ਬਾਰੇ ਬੜਕਾ ਮਾਰਦਾ ਸੀ, ਹੁਣ ਜ਼ਰਾ ਗੌਰ ਕਰੋ ਵੀ ਉਹ ਹੀ ਮੁੰਨਾ ਮਨੀਬ ਆਂਦਾ ਵੀ ਇਹ ਤਾਂ ਬਿਲਕੁਲ ਨਕੰਮੀ ਜੇ, ਨਾ ਕਿਸੇ MPA ਨੂੰ ਮਿਲਦੀ ਹੈ। ਸਾਰੇ ਲੋਕ ਇਹ ਤੋਂ ਤੰਗ ਨੇ, ਇਹਦੀ ਗਵਰਨਮੈਂਟ ਤੋਂ ਤੰਗ ਨੇ, ਗਵਰਨੈਂਸ ਚੰਗੀ ਨਹੀਂ ਹੈਗੀ, MPA ਤੰਗ ਨੇ, ਉਹਨਾਂ ਦੇ ਕੰਮ ਨਹੀਂ ਹੁੰਦੇ। ਹੁਣ ਤੁਹਾਨੂੰ ਸਮਝ ਆ ਹੀ ਗਈ ਵੀ ਚੌਧਰੀ ਕਿੰਜ ਆਪਣੇ ਪਰਤ ਬਦਲਦਾ, ਤੇ ਬਹਰਲ ਵੇਖਦੇ ਆ ਜੇ ਅਗਲੇ ਪਾਸੇ ਕੀ ਹੁੰਦਾ ਹੈ। ਲੇਕਿਨ ਇਸ ਵੇਲੇ ਜਿਹੜਾ ਨਾ ਇਹ ਸੂਰਤ ਹਾਲ ਇਹੀ ਨਜ਼ਰ ਆ ਰਹੀ ਹੈ ਕਿ ਕੋਈ ਇੱਕ ਵੀ ਜਿਹੜਾ ਉਹ ਇਹਨਾਂ ਕੋਲੋਂ ਬੰਦਾ ਜਿਹੜਾ MPA ਵਗੈਰਾ ਉਹ ਰਾਜ਼ੀ ਨਹੀਂ ਹੈ। ਔਰ ਹੁਣ ਚੌਧਰੀ ਸਾਹਿਬ ਨੇ ਵੀ ਮੁੰਨੇ ਵਰਗਿਆਂ ਦੀ ਡਿਊਟੀ ਲਾਈ ਵੀ ਖੁੱਲ੍ਹ ਕੇ ਸੱਚ ਦੱਸੋ ਲੋਕਾਂ ਨੂੰ। ਅੱਛਾ ਜੀ, ਅਗਲੀ ਖਬਰ ਹੈ ਕਿ ਜਨਾਜ਼ਾ ਹੋਇਆ ਮਲਕ ਅਦਰੀਸ ਸਾਹਿਬ ਦਾ। ਸਾਡੇ ਤੁਹਾਨੂੰ ਪਤਾ ਹੈ ਕਿ ਉਹ ਸ਼ਹੀਦ ਨੇ, ਉਹਨਾਂ ਨੂੰ ਵੀ ਡੀ ਚੌਕ ਦੇ ਵਿੱਚ ਗੋਲੀ ਲੱਗੀ ਸੀ, ਜ਼ਖਮਾਂ ਦੀ ਤਾਬ ਨਾ ਲਿਆ ਕੇ ਉਹ ਸ਼ਹੀਦ ਹੋ ਗਏ। ਉਹਨਾਂ ਦਾ ਜਨਾਜ਼ਾ ਹੋਇਆ, ਔਰ ਜਨਾਜ਼ਾ ਹੋਇਆ 2 ਵਜੇ ਕੱਲ੍ਹ। ਲੇਕਿਨ ਅਫਸੋਸਨਾਕ ਗੱਲ ਇਹ ਵੀ ਉਹਦੇ ਵਿੱਚ ਕੋਈ ਵੀ ਮੇਨ ਲੀਡਰਸ਼ਿਪ ਦਾ ਬੰਦਾ ਨਹੀਂ ਗਿਆ। ਇਹ ਮਾੜਾ ਹੋਇਆ ਕੰਮ। ਇਮਰਾਨ ਖਾਨ ਨੂੰ ਪਤਾ ਲੱਗੇਗਾ ਤੇ ਉਹਨਾਂ ਨੂੰ ਬੜੀ ਤਕਲੀਫ ਹੋਏਗੀ। ਇਸ ਜਨਾਜ਼ੇ 'ਤੇ ਹਰ ਸੂਰਤ ਸਾਡੀ ਮੇਨ ਲੀਡਰਸ਼ਿਪ ਨੂੰ ਜਾਣਾ ਚਾਹੀਦਾ ਸੀ, ਹਰ ਸੂਰਤ। ਹੁਣ ਮਗਰੋਂ ਜਾ ਕੇ ਜਿਹੜਾ ਗੱਲ ਜਨਾਜ਼ੇ 'ਤੇ ਜਾਣ ਦੀ, ਉਹ ਮਗਰੋਂ ਜਾ ਕੇ ਉਹ ਧੋਣ ਨਹੀਂ ਧੋਤੇ ਜਾ ਸਕਦੇ। ਇੱਕ ਬੰਦੇ ਕਿਸੇ ਦੀ ਮੇਨ ਲੀਡਰ ਦੀ ਡਿਊਟੀ ਲਾਉਣੀ ਚਾਹੀਦੀ ਸੀ। ਬਿਲਕੁਲ ਤੁਸੀਂ ਅਟਕ ਵੇਖੋ ਤੇ ਉਹ ਨੁੱਕਰ 'ਤੇ ਹੈ, ਉਹ ਓਨਾ ਹੀ ਪੰਜਾਬ ਦਾ ਓਨਾ ਹੀ KP ਦਾ। ਉਹ ਟੈਕਨੀਕਲੀ ਤੇ ਪੰਜਾਬ 'ਚ ਹੈ, ਪਰ ਅਸਲ 'ਚ ਓਨਾ ਹੀ ਪੰਜਾਬ ਦਾ ਓਨਾ ਹੀ KP ਦਾ। ਪਿਸ਼ਾਵਰ ਤੋਂ ਵੀ ਓਨਾ ਹੀ ਦੂਰ ਹੈ, ਤੇ ਜਿੰਨਾ ਉਹ ਇਸਲਾਮਾਬਾਦ ਤੋਂ ਦੂਰ ਹੈ, ਤੇ ਉੱਥੇ KP ਵਾਲੇ ਵੀ ਆ ਸਕਦੇ ਸਨ, ਤੇ ਪੰਜਾਬ ਵਾਲੇ ਵੀ ਆ ਸਕਦੇ ਸਨ, ਤੇ ਜ਼ਾਹਿਰ ਹੈ ਇਸਲਾਮਾਬਾਦ ਤੋਂ ਵੀ ਆ ਸਕਦੇ ਨੇ। ਮਾੜਾ ਕੰਮ ਹੋਇਆ। ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ। ਸ਼ਹੀਦ ਤੇ ਉਹਨਾਂ ਦੇ ਘਰ ਵਾਲੇ ਤੇ ਉਹਨਾਂ ਦੇ ਇਲਾਕੇ ਵਾਲਿਆਂ ਦਾ, ਪੂਰਿਆਂ ਦਾ ਸ਼ਹੀਦ ਜਿਹੜਾ ਮਾਣ ਹੁੰਦਾ ਹੈ, ਤੇ ਸਾਨੂੰ ਵੀ ਜਾ ਕੇ ਲੀਡਰਸ਼ਿਪ ਨੂੰ ਵੀ, ਇੱਕ ਵਰਕਰ ਜਿਹੜੇ ਸਾਡੇ ਲਈ ਜਾਨ ਦੇ ਰਹੇ ਨੇ, ਉਹਨਾਂ ਦਾ ਮਾਣ ਵਧਾਉਣਾ ਚਾਹੀਦਾ ਤੇ ਉਹਨਾਂ ਦੇ ਨਾਲ ਖਲੋਣਾ ਚਾਹੀਦਾ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।